ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਅਸੀਂ ਸਤਿਗੁਰ ਜੀ ਦੀ ਬਾਣੀ ਨੂੰ ਪੜ੍ਹਦੇ ਆ ਨਾ ਸੰਗਤ ਜੀ, ਮਾਲਕ ਜੀ ਨੇ ਕਿਹਾ ਕਿ ਤੁਸੀਂ ਚਾਹੇ ਇੱਕ ਬੋਲ ਵੀ ਸਤਿਗੁਰ ਜੀ ਦੀ ਬਾਣੀ ਦਾ ਪੜ੍ਹ ਲਿਆ, ਮਾਲਕ ਜੀ ਕਹਿੰਦੇ ਉਹ ਇੱਕ ਬੋਲ ਵੀ ਕਿਤੇ ਨਾ ਕਿਤੇ ਜਾ ਕੇ ਸਤਿਗੁਰ ਜੀ ਕਹਿੰਦੇ ਸਾਡੇ ਜੀਵਨ ਤੇ ਅਸਰ ਕਰਦਾ ਹੈ। ਗੁਰਬਾਣੀ ਦੀ ਤਾਕਤ ਏਡੀ ਹੈ। ਤੇ ਸਤਿਗੁਰ ਕਹਿੰਦੇ ਜਿਨ੍ਹਾਂ ਤੇ ਬਖਸ਼ਿਸ਼ ਇਹ ਹੋਈ ਗਿਆ ਕਿ ਰੋਜ਼ ਰੂਟੀਨ 'ਚ ਪੜ੍ਹਦੇ ਹੈ, ਤੇ ਮੇਰੇ ਮਾਲਕ ਜੀ ਕਹਿੰਦੇ ਉਹਨਾਂ ਤੇ ਗੁਰੂ ਦੀ ਏਡੀ ਖੁਸ਼ੀ ਹੈ ਤੇ ਉਹਨਾਂ ਦਾ ਲੋਕ ਤੇ ਪਰਲੋਕ ਦੋਵਾਂ ਥਾਂ ਸਤਿਗੁਰ ਕਹਿੰਦੇ ਭਲਾ ਹੋਣਾ ਹੈ। ਬਾਬਾ ਸੰਤ ਸਿੰਘ ਜੀ ਹੋਏ ਨੇ ਜੀ ਕਮਾਲੀਏ ਵਾਲੇ, ਇਹ ਪਾਕਿਸਤਾਨ ਗਏ ਕਥਾ ਵਿਚਾਰ ਕਰਨ ਵਾਸਤੇ। ਗੱਲ ਸੰਗਤ ਜੀ ਧਿਆਨ ਦੇ ਕੇ ਸੁਣਿਓ ਕਿ ਜਦੋਂ ਅਸੀਂ ਇਕੱਤਰ ਹੋ ਕੇ ਬੈਠਦੇ ਹਾਂ ਨਾ, ਸਤਿਗੁਰ ਦੀ ਬਾਣੀ ਨੂੰ ਪੜ੍ਹਦੇ ਹਾਂ, ਤੇ ਇਹ ਬਾਣੀ ਸਾਡੇ ਜੀਵਨ ਦੇ ਉੱਤੇ ਕਿਵੇਂ ਅਸਰ ਕਰਦੀ ਹੈ। ਕਿਤੇ ਇਹ ਨਾ ਹੋਵੇ ਕਿ ਅਸੀਂ ਪੜ੍ਹੀ ਜਾਈਏ ਤੇ ਇਸ ਬਾਣੀ ਦੀ ਸਮਝ ਨਾ ਪਵੇ ਕਿ ਇਹ ਬਾਣੀ ਕਹਿਣਾ ਕੀ ਚਾਹੁੰਦੀ ਹੈ। ਧਿਆਨ ਦੇ ਕੇ ਸੁਣਿਓ ਜੀ। ਬਾਬਾ ਸੰਤ ਸਿੰਘ ਜੀ ਕਮਾਲੀਏ ਵਾਲੇ ਪਾਕਿਸਤਾਨ ਗਏ ਜੀ ਜਦੋਂ ਇਹ ਕਥਾ ਕਰਨ ਵਾਸਤੇ। ਕਈ ਦਿਨਾਂ ਦਾ ਇਹਨਾਂ ਦਾ ਦੀਵਾਨ ਸੀਗਾ ਜੀ। ਗੁਰੂ ਨਾਨਕ ਬਾਬੇ ਦੀ ਕਿਰਪਾ ਦੇ ਸਦਕਾ ਇਹਨਾਂ ਨੇ ਕਈ ਦਿਨ ਦੀਵਾਨ ਲਗਾਏ। ਜਿੱਦਣ ਆਖਰੀ ਦੀਵਾਨ ਸੀ ਨਾ ਸੰਗਤ ਜੀ, ਉਦਣ ਇਹਨਾਂ ਦੀ ਸੰਗਤ ਦੇ ਵਿੱਚ ਇੱਕ ਮੁਸਲਮਾਨ ਜੋੜਾ ਬੈਠਾ ਆ, ਜੋ ਕਿ ਅੱਜ ਬਾਬਾ ਸੰਤ ਸਿੰਘ ਕਮਾਲੀਏ ਵਾਲੇ ਦੇ ਬਚਨ ਸੁਣਨ ਵਾਸਤੇ ਆਏ ਆ, ਕਥਾ ਸੁਣਨ ਵਾਸਤੇ ਆਏ ਆ। ਗੁਰੂ ਮਾਲਕ ਜੀ ਦੀ ਕਿਰਪਾ ਹੋਈ, ਸਤਿਗੁਰ ਜੀ ਦੀ ਬਖਸ਼ਿਸ਼ ਹੋਈ, ਦੀਵਾਨ ਦੀ ਸਮਾਪਤੀ ਹੋਈ ਗਿਆ ਜੀ। ਦੀਵਾਨ ਦੀ ਸਮਾਪਤੀ ਤੋਂ ਬਾਅਦ ਇਹ ਮੁਸਲਮਾਨ ਜਾ ਕੇ ਬਾਬਾ ਜੀ ਨੂੰ ਮਿਲਦਾ ਤੇ ਜਾ ਕੇ ਬੇਨਤੀ ਕਰਦਾ ਕਿ ਬਾਬਾ ਜੀ ਮੇਰਾ ਨਾਮ ਹੈ ਕਰੀਮ ਬਖਸ਼। ਹੁਣ ਕਰੀਮ ਬਖਸ਼ ਤੋਂ ਪਤਾ ਲੱਗਦਾ ਕਿ ਭਾਈ ਜੇ ਨਾਮ ਕਰੀਮ ਬਖਸ਼ ਹੈ ਤੇ ਮੁਸਲਮਾਨਾਂ ਦਾ ਬੱਚਾ ਆ। ਨਾਲ ਮੇਰੀ ਘਰ ਵਾਲੀ ਗਿਆ ਜੀ, ਤੁਸੀਂ ਗੁਰੂ ਨਾਨਕ ਬਾਬੇ ਦਾ ਕਲਾਮ ਦੁਨੀਆ ਨੂੰ ਦੱਸਿਆ, ਸੱਚ ਦਾ ਉਪਦੇਸ਼ ਦੁਨੀਆ ਨੂੰ ਸੁਣਾ ਕੇ ਆਏ ਹੋ, ਉਹ ਰੱਬੀ ਬਾਣੀ ਦੁਨੀਆ ਨੂੰ ਦੱਸ ਕੇ ਆਏ ਹੋ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਬਾਬੇ ਨਾਨਕ ਦੀ ਬਾਣੀ ਵਿੱਚ ਜਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਵਿੱਚ ਕੋਈ ਐਸਾ ਕਲਾਮ ਹੈ, ਕੋਈ ਐਸੀ ਪੰਕਤੀ ਹੈ, ਕੋਈ ਐਸੀ ਬਾਣੀ ਹੈ ਜੋ ਮੇਰੀ ਗਈ ਹੋਈ ਇੱਜ਼ਤ ਨੂੰ ਵਾਪਸ ਲਿਆ ਦੇਵੇ। ਮੇਰਾ ਪਰਿਵਾਰ ਮੇਰੇ ਤੋਂ ਖਫਾ ਹੋ ਗਿਆ, ਸੰਸਾਰ ਮੇਰੇ ਤੋਂ ਖਫਾ ਹੋ ਗਿਆ, ਮੈਂ ਆਸਮਾਨ ਤੋਂ ਮੈਂ ਜ਼ਮੀਨੀ ਪੱਧਰ ਤੱਕ ਆ ਗਿਆ ਆ, ਇੰਨੀ ਗਰੀਬੀ ਆ ਗਈ ਹੈ, ਸਾਰੇ ਲੋਕ ਮੇਰੇ ਖਿਲਾਫ ਹੋ ਗਏ ਆ, ਜੋ ਮੇਰੀ ਇੱਜ਼ਤ ਸੀ ਉਹ ਮੇਰੀ ਇੱਜ਼ਤ ਵੀ ਚਲੇ ਗਈ ਹੈ। ਕਿ ਤੁਸੀਂ ਕੋਈ ਐਸਾ ਕਲਾਮ, ਕੋਈ ਐਸੀ ਬਾਣੀ ਦੀ ਤੁਕ ਦੇ ਸਕਦੇ ਹੋ ਜਿਸ ਤੁਕ ਦੇ ਨਾਲ ਮੇਰਾ ਸਾਰਾ ਕੁਝ ਵਾਪਸ ਆ ਜਾਵੇ। ਧਿਆਨ ਦਿਓ ਜੀ ਗੱਲ ਵੱਲ, ਮੇਰੀ ਗਈ ਹੋਈ ਇੱਜ਼ਤ ਵਾਪਸ ਆ ਜਾਵੇ, ਜੋ ਮੇਰੀ ਜ਼ਮੀਨ ਜਾਇਦਾਦ ਚਲੀ ਗਈ ਆ, ਮੈਂ ਕੰਗਾਲ ਹੋ ਗਿਆ ਆ, ਮੈਂ ਫੇਰ ਇੱਕ ਵਾਰੀ ਆਪਣੇ ਪੈਰਾਂ 'ਤੇ ਖੜਾ ਹੋ ਸਕਾਂ, ਕੋਈ ਐਸੀ ਕਲਾਮ ਹੈ। ਹੁਣ ਧਿਆਨ ਦੇ ਕੇ ਸੁਣਿਓ ਜੀ, ਬਾਬਾ ਸੰਤ ਸਿੰਘ ਕਮਾਲੀਏ ਵਾਲਿਆਂ ਨੇ ਕੀ ਕਿਹਾ। ਬਾਬਾ ਜੀ ਨੇ ਆਖਿਆ ਕਿ ਦੇਖੋ ਵੈਸੇ ਤਾਂ ਸਾਰੀ ਬਾਣੀ ਐਡੀ ਤਾਕਤ ਰੱਖਦੀ ਹੈ, ਤੁਸੀਂ ਕਿਸੇ ਵੀ ਬਾਣੀ ਦਾ ਜਾਪ ਕਰੋ ਨਾ, ਗੁਰੂ ਮਾਲਕ ਜੀ ਜ਼ਰੂਰ ਬਰਕਤਾਂ ਦਿੰਦੇ ਆ। ਪਰ ਬਾਬਾ ਜੀ ਨੇ ਕਿਹਾ ਮੈਂ ਤੈਨੂੰ ਇੱਕ ਪੰਕਤੀ ਲਿਖ ਕੇ ਦਿੰਦਾ ਆ, ਤੂੰ ਇਸ ਪੰਕਤੀ ਨੂੰ ਜਿੰਨਾ ਹੋ ਸਕੇ, ਜਿੰਨੀ ਵਾਰ ਹੋ ਸਕੇ ਉਨੀ ਵਾਰ ਤੂੰ ਇਸ ਪੰਕਤੀ ਦਾ ਪਾਠ ਕਰਨਾ ਹੈ। ਹੁਣ ਧਿਆਨ ਦੇ ਕੇ ਸੁਣਿਓ ਸੰਗਤ ਜੀ। ਬਾਬਾ ਜੀ ਨੇ ਉਰਦੂ ਦੇ ਵਿੱਚ ਇਸ ਕਰੀਮ ਬਖਸ਼ ਨੂੰ ਇੱਕ ਪੰਕਤੀ ਲਿਖ ਕੇ ਦਿੱਤੀ, ਜਿਹੜੀ ਪੰਕਤੀ ਸੀ ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿਧ। ਤੁਸੀਂ ਹੁਣੇ ਪੜ੍ਹ ਕੇ ਹਟੇ ਹੋ। ਬਾਬਾ ਜੀ ਨੇ ਪੰਕਤੀ ਲਿਖ ਕੇ ਦਿੱਤੀ ਕਿ ਪੁੱਤਰ ਜਿੰਨਾ ਟਾਈਮ ਹੋ ਸਕੇ ਤੂੰ ਇਹਦਾ ਪੰਕਤੀ ਦਾ ਜਾਪ ਕਰ ਲੈ। ਹੁਣ ਕੋਈ ਥਾਂ ਟਿਕਾਣਾ ਨਹੀਂ ਸੀਗਾ ਕਰੀਮ ਬਖਸ਼ ਕੋਲ। ਉਸ ਗੁਰੂ ਘਰ ਦੇ ਗ੍ਰੰਥੀ ਨਾਲ ਗੱਲ ਕੀਤੀ ਕਿ ਮੈਨੂੰ ਇੱਥੇ ਕੁਝ ਕੁ ਦਿਨ ਟਿਕਾਣਾ ਮਿਲ ਜਾਵੇ ਜੀ, ਮੈਂ ਇੱਥੇ ਸੇਵਾ ਕਰ ਲਾਂਗਾ, ਮੈਂ ਇੱਥੇ ਭਾਂਡੇ ਧੋਵਾਂਗਾ, ਇੱਥੇ ਮੈਂ ਹੋਰ ਜਿਹੜੀ ਵੀ ਸੇਵਾ ਬਾਬੇ ਨਾਨਕ ਦੇ ਘਰ ਦੀ ਹੋਈ ਮੈਂ ਕਰਾਂਗਾ, ਤੇ ਕਿਰਪਾ ਕਰਕੇ ਤੁਸੀਂ ਮੈਨੂੰ ਇੱਥੇ ਟਿਕਾਣਾ ਦੇ ਦਿਓ। ਬਾਬਾ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਟਿਕਾਣਾ ਦੇਤਾ।
ਹੁਣ ਜਿੰਨੇ ਦਿਨ ਇਹ ਦੀਵਾਨ ਚੱਲਦੇ ਰਹੇ, ਭਾਈ ਕਰੀਮ ਬਖਸ਼ ਕੀ ਕਰਦਾ ਜੀ, ਭਾਂਡਿਆਂ 'ਚ ਜਾਂਦਾ, ਭਾਂਡਿਆਂ ਦੀ ਸੇਵਾ ਕਰਦਾ, ਜੋੜੇ ਘਰ ਵਿੱਚ ਜਾਂਦਾ, ਜੋੜਿਆਂ ਦੀ ਸੇਵਾ ਕਰਦਾ ਆ, ਲੰਗਰ 'ਚ ਜਾਂਦਾ, ਲੰਗਰ ਦੀ ਸੇਵਾ ਕਰਦਾ ਆ, ਤੇ ਆਪਣੇ ਮੂੰਹ 'ਚੋਂ ਪੜ੍ਹੀ ਜਾਂਦਾ ਜੀ, ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ। ਬੋਲਿਓ ਜੀ, ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ। ਜਿੰਨੀ ਵਾਰੀ ਨੂੰ ਸਮਾਂ ਮਿਲੇ ਨੇ ਪੜ੍ਹੀ ਜਾਣਾ ਜੀ। ਸਤਿਗੁਰ ਜੀ ਦੀ ਕਿਰਪਾ ਐਡੀ ਹੋਈ ਕਿ ਜਿੱਦਣ ਦੀਵਾਨਾਂ ਦੀ ਸਮਾਪਤੀ ਸੀ, ਸਾਰੀ ਸੰਗਤ ਪਹੁੰਚੀ ਹੋਈ, ਉਸ ਦਿਨ ਭਾਈ ਕਰੀਮ ਬਖਸ਼ ਭਾਂਡਿਆਂ ਦੀ ਸੇਵਾ ਕਰ ਰਿਹਾ ਆ। ਜਦੋਂ ਭਾਈ ਕਰੀਮ ਬਖਸ਼ ਭਾਂਡਿਆਂ ਦੀ ਸੇਵਾ ਕਰਦਾ, ਉਸ ਦੀਵਾਨ ਦੇ ਅੰਦਰ ਇੱਕ ਸੂਬੇਦਾਰ ਰਿਟਾਇਰ ਫੌਜੀ, ਉਹ ਵੀ ਇੱਥੇ ਪਹੁੰਚਿਆ ਹੋਇਆ ਸੀਗਾ। ਉਹਨੇ ਬੜਾ ਹੈਰਾਨੀ ਦੇ ਨਾਲ ਦੇਖਿਆ ਕਿ ਮੁਸਲਮਾਨ ਲੱਗਦਾ ਚਿਹਰੇ ਤੋਂ, ਪਰ ਗੁਰੂ ਘਰ 'ਚ ਭਾਂਡੇ ਧੋਂਦਾ। ਹੈਰਾਨੀ ਵਾਲੀ ਗੱਲ ਹੈ। ਦੂਜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਂਡੇ ਵੀ ਧੋਂਦਾ ਹੈ ਤੇ ਮੁਖ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪੰਕਤੀ ਪੜ੍ਹ ਰਿਹਾ ਹੈ। ਕਮਾਲ ਹੋ ਗਈ ਹੈ। ਜਦੋਂ ਉਹ ਫੌਜੀ ਕਰੀਮ ਬਖਸ਼ ਕੋਲ ਗਿਆ ਤੇ ਉਹਨੂੰ ਪੁੱਛਦਾ ਕਿ ਨਾਮ ਤੇਰਾ, ਉਹਨੇ ਦੱਸਿਆ ਜੀ ਮੇਰਾ ਨਾਮ ਕਰੀਮ ਬਖਸ਼। ਪੜ੍ਹ ਕੀ ਰਿਹਾ? ਜੀ ਹਾਂ ਪੜ੍ਹ ਰਿਹਾ। ਕਿਉਂ ਪੜ੍ਹ ਰਿਹਾ? ਕਿਵੇਂ ਤੂੰ ਗੁਰੂ ਘਰ ਨਾਲ ਜੁੜਿਆ? ਉਹਨੇ ਸਾਰੀ ਗੱਲ ਦੱਸੀ ਜੀ, ਮੈਨੂੰ ਜੀਵਨ 'ਚ ਘਾਟਾ ਪੈ ਗਿਆ, ਮੇਰੀ ਜ਼ਮੀਨ ਸਭ ਵਿਕ ਗਏ ਆ, ਮੇਰਾ ਪਰਿਵਾਰ ਮੇਰੇ ਖਿਲਾਫ ਹੋ ਗਿਆ, ਮੈਂ ਇਕੱਲਾ ਰਹਿ ਗਿਆ, ਮੇਰੀ ਘਰ ਵਾਲੀ ਮੇਰੇ ਨਾਲ ਆ, ਗਰੀਬੀ ਨੇ ਸਾਡੇ ਘਰ 'ਤੇ ਪਹਿਰਾ ਪਾ ਦਿੱਤਾ ਆ, ਹੁਣ ਮੇਰੇ ਕੋਲ ਰੋਟੀ ਖਾਣ ਜੋਗੇ ਵੀ 2 ਦਾਣੇ ਨਹੀਂ ਹੈ, ਇਸ ਕਰਕੇ ਗੁਰੂ ਘਰ ਵਿੱਚ ਰਹਿ ਰਿਹਾ, ਇੱਥੇ ਪ੍ਰਸ਼ਾਦਾ ਮਿਲਦਾ ਜੀ, ਸੇਵਾ ਕਰਦਾ ਆ। ਤੇ ਜਿਹੜੇ ਮਹਾਂਪੁਰਸ਼ ਬਾਬਾ ਜੀ ਅੰਦਰ ਕਥਾ ਕਰ ਰਹੇ ਨੇ, ਜਿਹੜੇ ਪੰਜਾਬ ਤੋਂ ਆਏ ਹੋਏ ਨੇ, ਉਹਨਾਂ ਨੇ ਮੈਨੂੰ ਇਹ ਕਲਾਮ ਦਿੱਤਾ, ਇਹ ਕਲਾਮ ਮੈਂ ਪੜ੍ਹ ਰਿਹਾ। ਉਹ ਸੂਬੇਦਾਰ ਨੇ ਕਿਹਾ ਫਿਰ ਠੀਕ ਹੈ, ਮੈਨੂੰ ਇੱਕ ਬੰਦੇ ਦੀ ਲੋੜ ਆ, ਮੇਰੇ ਕੋਲ ਜ਼ਮੀਨ ਦੇ ਬਹੁਤ ਮਰੱਬੇ ਨੇ, ਪਰ ਮੇਰੀ ਜ਼ਮੀਨ ਨੂੰ ਸਾਂਭਣ ਵਾਸਤੇ, ਮੇਰੀ ਖੇਤੀਬਾੜੀ ਨੂੰ ਸਾਂਭਣ ਵਾਸਤੇ, ਡੰਗਰ ਪਸ਼ੂ ਨੂੰ ਸਾਂਭਣ ਵਾਸਤੇ ਮੇਰੇ ਕੋਲ ਬੰਦਾ ਕੋਈ ਨਹੀਂ। ਚੱਲ ਤੂੰ ਮੇਰੇ ਨਾਲ, ਨਾਲੇ ਮੇਰੀ ਜ਼ਮੀਨ ਸਾਂਭੀ, ਡੰਗਰ ਪਸ਼ੂ ਸਾਂਭੀ, ਨਾਲੇ ਰਹਿਣ ਨੂੰ ਤੈਨੂੰ ਟਿਕਾਣਾ ਦੇਵਾਂਗਾ, ਰੋਟੀ ਦਾ ਪ੍ਰਬੰਧ ਹੋ ਜਾਏਗਾ, ਤੇ ਨਾਲੇ ਮਹੀਨੇ ਦੀ ਬਣਦੀ ਕੋਈ ਨਾ ਕੋਈ ਤੈਨੂੰ ਤਨਖਾਹ ਦੇਵਾਂਗਾ। ਹੁਣ ਗੁਰੂ ਮਾਲਕ ਜੀ ਦੀ ਬਖਸ਼ਿਸ਼ ਹੋ ਗਈ, ਉਸ ਪੰਕਤੀ ਦੇ ਅਸਰ ਦੇ ਨਾਲ ਹੁਣ 7 ਦਾ ਟਿਕਾਣਾ ਵੀ ਹੋ ਗਿਆ ਤੇ ਖਾਣ ਵਾਸਤੇ ਦਾਣਿਆਂ ਦੀ ਵੀ ਕਿਰਪਾ ਹੋ ਗਈ। ਇਹ ਕਰੀਮ ਬਖਸ਼ ਉਸ ਸੂਬੇਦਾਰ ਦੇ ਨਾਲ ਚਲਾ ਗਿਆ। ਪਰਮਾਤਮਾ ਦੀ ਖੇਡ ਇਹ ਬਣੀ, ਇਹਨੇ ਕਈ ਸਾਲ ਉਹਦੇ ਕੋਲ ਸੇਵਾ ਕੀਤੀ ਜੀ। ਸੇਵਾ ਕਰਨ ਤੋਂ ਬਾਅਦ ਜਦੋਂ ਇਮਾਨਦਾਰੀ ਨਾਲ ਕੰਮ ਕੀਤਾ, 1-1 ਰੁਪਈਆ ਜੋੜਿਆ ਇਹਨੇ, ਤੇ ਉਸ ਪੰਕਤੀ ਦਾ ਧਿਆਨ ਨਹੀਂ ਛੱਡਿਆ ਜੋ ਬਾਬਾ ਜੀ ਨੇ ਕਿਹਾ ਸੀਗਾ ਕਿ ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ, ਉਹਨੂੰ ਨਹੀਂ ਛੱਡਿਆ ਜੀ, ਤੇ ਉਸ ਪੰਕਤੀ ਦਾ ਵੀ ਧਿਆਨ ਧਰੀ ਗਿਆ। ਤੇ ਗੁਰੂ ਮਾਲਕ ਜੀ ਦੀ ਇੰਨੀ ਕਿਰਪਾ ਹੋਈ ਕਿ ਇੱਕ ਦਿਨ ਐਸਾ ਆਇਆ ਕਿ ਜਿੱਦਣ ਇਹਦੇ ਕੋਲ ਆਪ 4 ਮਰੱਬਿਆਂ ਦਾ ਇਹ ਮਾਲਕ ਬਣਿਆ, ਤੇ ਘਰ ਦੇ ਵਿੱਚ 2 ਬੱਚਿਆਂ ਨੇ ਜਨਮ ਲਿਆ, ਸਿਰ ਦੇ ਉੱਤੇ ਛੱਤ ਗੁਰੂ ਮਾਲਕ ਨੇ ਬਖਸ਼ੀ, ਚੰਗਾ ਮਕਾਨ ਬਣਿਆ, ਤੇ ਇਲਾਕੇ ਦੇ ਵਿੱਚ ਚੰਗੀ ਚੌਧਰ ਹੋ ਗਈ। ਹੁਣ ਜਿਹਦੇ ਕੋਲ 4 ਪੈਸੇ ਹੁੰਦੇ ਆ, ਦੁਨੀਆ ਦੀ ਵਾਹ ਵਾਹ ਆਪੇ ਕਰਦੇ ਆ ਜੀ। ਫਿਰ ਸੰਤ ਸਿੰਘ ਬਾਬਾ ਕਮਾਲੀਏ ਜੀ ਫਿਰ ਪਾਕਿਸਤਾਨ ਪਹੁੰਚੇ। ਇਹ ਆਪਣਾ ਲਾਮ ਲਸ਼ਕਰ ਲੈ ਕੇ, ਰੱਥ ਤੇ ਸਵਾਰ ਹੋ ਕੇ, ਮਹਿੰਗੇ ਕੱਪੜੇ ਪਾ ਕੇ ਜਦੋਂ ਬਾਬਾ ਜੀ ਨੂੰ ਮਿਲਣ ਗਿਆ ਨਾ, ਤੇ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਪਛਾਣਿਆ? ਤੇ ਬਾਬਾ ਜੀ ਕਹਿੰਦੇ ਨਹੀਂ ਮੈਂ ਨਹੀਂ ਪਛਾਣਿਆ ਭਾਈ। ਇਹਨੇ ਪੰਕਤੀ ਕੱਢ ਕੇ ਦਿਖਾਈ ਕਿ ਤੁਸੀਂ ਮੈਨੂੰ ਕਈ ਸਾਲ ਪਹਿਲਾਂ ਇਹ ਪੰਕਤੀ ਲਿਖ ਕੇ ਦਿੱਤੀ ਸੀਗੀ, ਇਸ ਪੰਕਤੀ ਦੀ ਬਦੌਲਤ ਅੱਜ ਮੇਰੇ ਕੋਲ ਬਹੁਤ ਕੁਛ ਹੈ, 4 ਮਰੱਬਿਆਂ ਦਾ ਮੈਂ ਮਾਲਕ ਬਣਿਆ, ਘਰ ਦੇ ਵਿੱਚ 2 ਪੁੱਤਰ ਨੇ, ਹੁਣ ਛੱਤ ਵੀ ਹੈ, ਖਾਣ ਨੂੰ 4 ਦਾਣੇ ਵੀ ਗਏ, ਤੇ ਗਈ ਹੋਈ ਇੱਜ਼ਤ ਵੀ ਵਾਪਸ ਆ ਗਈ ਹੈ। ਤੇ ਬਾਬਾ ਜੀ ਨੇ ਆਖਿਆ ਫਿਰ ਗੱਲ ਤਾਂ ਇਹੀ ਸੀ ਨਾ ਪੁੱਤਰ, ਤੂੰ ਇਹੀ ਚੀਜ਼ ਵਾਸਤੇ ਕਲਾਮ ਮੰਗਿਆ ਸੀ ਕਿ ਮੇਰੀ ਗਈ ਇੱਜ਼ਤ ਵਾਪਸ ਆ ਜਾਵੇ, ਇੱਜ਼ਤ ਵਾਪਸ ਆ ਗਈ, ਤੇਰੀ ਜ਼ਮੀਨ ਚਲੇ ਗਈ ਸੀ, ਜ਼ਮੀਨ ਵਾਪਸ ਆ ਗਈ, ਤੇਰਾ ਪਰਿਵਾਰ ਵਾਪਸ ਆ ਗਿਆ, ਹੁਣ ਤੈਨੂੰ ਕੀ ਚਾਹੀਦਾ ਆ? ਤੇ ਇਸ ਮਨੁੱਖ ਨੇ, ਕਰੀਮ ਬਖਸ਼ ਨੇ ਕਿਹਾ, ਕਹਿੰਦਾ ਹੁਣ ਮੈਨੂੰ ਅੰਦਰ ਦੀ ਭੁੱਖ ਦੂਰ ਕਰਨ ਵਾਸਤੇ ਕੋਈ ਕਲਾਮ ਚਾਹੀਦਾ। ਪਹਿਲਾਂ ਦੁਨਿਆਵੀ ਭੁੱਖਾਂ ਦੀ ਗੱਲ ਸੀਗੀ, ਹੁਣ ਅੰਦਰ ਨੂੰ ਟਿਕਾ ਆ ਜਾਵੇ। ਤੇ ਬਾਬਾ ਜੀ ਨੇ ਕਿਹਾ ਫਿਰ ਅਗਲੀ ਪੰਕਤੀ ਪੜ੍ਹ ਲੈ। ਕੀ ਹੈ ਜੀ ਅਗਲੀ ਪੰਕਤੀ? ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ। ਮਾਲਕ ਜੀ ਕਹਿੰਦੇ ਜਦੋਂ ਇਹ ਪੰਕਤੀ ਪੜ੍ਹੇਗਾ ਉਦੋਂ ਤੇਰੀਆਂ ਅੰਦਰ ਦੀਆਂ ਭੁੱਖਾਂ ਦੂਰ ਹੋ ਜਾਣੀਆਂ। ਜਦੋਂ ਨਾਮ ਨਾਲ ਜੁੜ ਗਏ, ਨਾਮ ਨੂੰ ਆਧਾਰ ਬਣਾ ਲਿਆ, ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਵੀ ਕਹਿੰਦੇ ਆ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸੋ ਕਹਿਣ ਦਾ ਮੇਰਾ ਭਾਵ ਸੰਗਤ ਜੀ,
ਇੱਕ ਪੰਕਤੀ ਨੂੰ ਵੀ ਜੇ ਅਸੀਂ ਪਿਆਰ ਦੇ ਨਾਲ, ਭਰੋਸੇ ਨਾਲ, ਸਿਦਕ ਨਾਲ ਪੜ੍ਹਨਾ ਸ਼ੁਰੂ ਕਰ ਦਈਏ, ਗੁਰੂ ਮਾਲਕ ਇੱਕ ਪੰਕਤੀ ਦੀ ਬਦੌਲਤ ਹੀ ਸਾਡੀ ਝੋਲੀ ਵਿੱਚ ਬਹੁਤ ਕੁਝ ਪਾ ਦੇਣਗੇ। ਤੁਸੀਂ ਬਹੁਤ ਭਾਗਾ ਵਾਲੇ ਹੋ ਕਿ ਸਤਿਗੁਰ ਦੀ ਬਾਣੀ ਸੁਖਮਨੀ ਸਾਹਿਬ ਦਾ ਤੁਸੀਂ ਸੰਪੂਰਨ ਜਾਪ ਕੀਤਾ, ਨਾਲ ਦੀ ਨਾਲ ਚੌਪਈ ਸਾਹਿਬ ਦਾ ਤੁਸੀਂ ਪਾਠ ਕੀਤਾ। ਗੁਰੂ ਮਾਲਕ ਜੀ ਦੇ ਚਰਨਾਂ 'ਚ ਅਰਦਾਸ ਹੈ, ਸਤਿਗੁਰ ਸਾਡਾ ਪੜ੍ਹਿਆ ਹੋਇਆ, ਸਾਡਾ ਸੁਣਿਆ ਹੋਇਆ ਮਾਲਕ ਜੀ ਲੇਖੇ ਵਿੱਚ ਲਾਵੇ। ਤੇ ਜਦੋਂ ਗੁਰੂ ਕੀ ਬਾਣੀ ਤੇ ਸਾਡਾ ਭਰੋਸਾ ਬਣ ਗਿਆ, ਉਦੋਂ ਸਾਡੇ ਘਰ ਵਿੱਚ ਵੀ ਕੋਈ ਕਮੀ ਨਹੀਂ ਰਹਿਣੀ। ਕਿਉਂ? ਕਿਉਂਕਿ ਬਾਪੂ ਨੇ ਸਾਨੂੰ ਪੜ੍ਹਾ ਦਿੱਤਾ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਸੋ ਗੁਰੂ ਮਾਲਕ ਜੀ ਕਿਰਪਾ ਕਰਨ ਜੀ, ਸਤਿਗੁਰ ਜੀ ਬਖਸ਼ਿਸ਼ ਕਰਨ। ਆਓ ਭਾਈ ਸਾਹਿਬ ਪਾਸੋਂ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਪਿਆਰ ਤੇ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।